इस वेले संगत टीवी ते रीबूट पंजाब थ्रू वैल्यू बेस्ड एजुकेशन ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਓੰਕਾਰ ਆਵਾਜ਼ਾ ਹੋਇਆ, ਓੰਕਾਰ ਆਵਾਜ਼ਾ ਹੋਇਆ, ਪ੍ਰਗਟ ਸਭ ਆਕਾਰ ਹੋ ਗਏ। ਪਾਣੀ ਤੋਂ ਸ਼ੁਰੂਆਤ ਹੋਈ, ਪਾਣੀ ਤੋਂ ਸ਼ੁਰੂਆਤ ਹੋਈ ਤੇ ਜੀਵਾਂ ਦੇ ਪਰਿਵਾਰ ਹੋ ਗਏ। ਬਾਰਿਸ਼ ਹੋਈ ਡੂੰਗੀ ਥਾਵੇਂ, ਬਾਰਿਸ਼ ਹੋਈ ਡੂੰਗੀ ਥਾਵੇਂ, ਸਾਗਰ ਅਤੇ ਪਹਾੜ ਹੋ ਗਏ। ਲੱਦ ਗਏ ਜੰਗਲ ਫਲਾਂ ਨਾਲ, ਲੱਦ ਗਏ ਜੰਗਲ ਫਲਾਂ ਨਾਲ ਤੇ ਪੰਛੀ ਪੱਬਾਂ ਭਾਰ ਹੋ ਗਏ। ਫਿਰ ਪਰਲੋ ਆਈ ਜਲ ਥਲ ਹੋ ਗਿਆ, ਪਰਲੋ ਆਈ ਜਲ ਥਲ ਹੋ ਗਿਆ। ਇਹ ਕਿੱਸੇ ਕਈ ਵਾਰ ਹੋ ਗਏ। ਭੁੱਲ ਗਏ ਬੱਬਲ ਕਰਤੇ ਨੂੰ ਅਸੀਂ, ਭੁੱਲ ਗਏ ਬੱਬਲ ਕਰਤੇ ਨੂੰ ਅਸੀਂ, ਤਾਂ ਹੀ ਤਾਂ ਹੰਕਾਰ ਹੋ ਗਏ, ਤਾਂ ਹੀ ਤਾਂ ਹੰਕਾਰ ਹੋ ਗਏ। ਦੋਸਤੋ, ਇਹ ਸੀ ਅੱਜ ਦੇ ਐਪੀਸੋਡ ਦੇ ਲਈ ਛੋਟੀ ਜਿਹੀ ਕੋਸ਼ਿਸ਼। ਸੋ ਆਓ ਇੱਥੋਂ ਹੀ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਸਰਦਾਰ ਨਰਿੰਦਰ ਸਿੰਘ ਜੀ ਦਾ, ਗਿਆਨੀ ਜੀ ਦਾ, ਤੇ ਨਾਲ ਹੀ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ ਦੋਨਾਂ ਹੀ ਸ਼ਖਸੀਅਤਾਂ ਦਾ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜੇ ਅਸੀਂ ਦੇਖੀਏ ਤਾਂ ਪਿਛਲੇ ਐਪੀਸੋਡ ਤੋਂ ਅਸੀਂ ਇੱਕ ਜੋ ਸ਼ੁਰੂਆਤ ਕੀਤੀ ਹੈਗੀ ਹੈ, ਤੁਸੀਂ ਸਾਨੂੰ ਪਿਛਲੇ ਐਪੀਸੋਡ ਦੇ ਵਿੱਚ ਇੱਕ ਓਂਕਾਰ ਦੇ ਵਿੱਚੋਂ ਇੱਕ ਦੇ ਅਰਥ ਸਮਝਾਏ ਸੀਗੇ, ਐਸੈਂਸ ਸਾਨੂੰ ਸਮਝਾਇਆ ਸੀਗਾ। ਤੇ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਚਾਹਾਂਗਾ ਕਿ ਉਹਦਾ ਜੋ ਸੈਕੰਡ ਅੰਕ ਹੈ, ਜੋ ਓਂਕਾਰ ਲਫ਼ਜ਼ ਹੈਗਾ ਆ, ਉਹਦੇ ਵਿੱਚ ਕੀ ਕੁਝ ਸਮਾਇਆ ਹੋਇਆ। ਹਾਲਾਂਕਿ ਚੰਦ ਮਿੰਟਾਂ ਦੇ ਵਿੱਚ ਉਹਨੂੰ ਕਹਿ ਲਓ ਸਮੇਟਣਾ ਬਹੁਤ ਔਖਾ ਹੈਗਾ ਆ, ਪਰ ਚਲੋ ਖੈਰ, ਤੁਹਾਡੇ ਵਰਗੀ ਸ਼ਖਸੀਅਤ ਨੂੰ ਕੋਈ ਜਿਹੇ ਚ ਸਮੁੰਦਰ ਬੰਦ ਕਰਨਾ ਆਉਂਦਾ ਹੈਗਾ ਆ। ਜੇ ਤੁਸੀਂ ਚੰਦ ਮਿੰਟਾਂ ਦੇ ਵਿੱਚ ਜੇ ਤੁਸੀਂ ਸਾਨੂੰ ਇਹ ਦੱਸ ਸਕੋ ਕਿ ਮਤਲਬ ਇਹ ਓਂਕਾਰ ਦੇ ਕੀ ਅਰਥ ਹੈਗੇ ਨੇ ਤੇ ਕਿਹੜੀਆਂ ਕਿਹੜੀਆਂ ਵੈਲਿਊਜ਼ ਇਨਸਾਨ ਕਹਿ ਲਓ ਆਪਣੀ ਜ਼ਿੰਦਗੀ 'ਚ ਇੱਥੋਂ ਸਿੱਖ ਕੇ ਅਪਣਾ ਸਕਦਾ ਹੈਗਾ। ਸੋ ਸਤਿਕਾਰਯੋਗ ਅਟਵਾਲ ਜੀ, ਮਟੌਰ ਜੀ, ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੋ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਆਪ ਜੀ ਨੇ ਆਪਣੀ ਕਵਿਤਾ ਦੇ ਵਿੱਚ ਜੋ ਸਮਝਾਉਣ ਦਾ ਯਤਨ ਕੀਤਾ ਹੈ, ਗੁਰਬਾਣੀ ਦੇ ਵਿੱਚ ਇਹੀ ਕੁਝ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਕੋਈ ਵਿਅਕਤੀ ਨਹੀਂ, ਉਹ ਇੱਕ ਸ਼ਕਤੀ ਹੈ, ਇੱਕ ਪ੍ਰਕਾਸ਼ ਰੂਪ ਦੇ ਵਿੱਚ ਹੈ, ਉਹ ਚਾਨਣ ਹੈ ਤੇ ਉਹ ਪਰਮ ਨੂਰ ਹੈ। ਜਦੋਂ ਉਹ ਨਿਰਾਕਾਰ, ਜਿਸ ਦਾ ਆਕਾਰ ਕੋਈ ਨਹੀਂ, ਨਿਰਾਕਾਰ ਪ੍ਰਮਾਤਮਾ ਦੇ ਵਿੱਚੋਂ ਇਹ ਸਾਰੇ ਆਕਾਰ ਬਣੇ ਨੇ। ਸਾਚੇ ਤੇ ਪਵਨਾ ਭਇਆ, ਉਸ ਆਕਾਰ ਦੇ ਵਿੱਚੋਂ, ਨਿਰਾਕਾਰ ਪ੍ਰਮਾਤਮਾ ਦੀ ਪਰਮ ਸ਼ਕਤੀ ਦੇ ਵਿੱਚੋਂ ਜਿਹੜੀ ਆਵਾਜ਼ ਦੀ ਆਪ ਜੀ ਨੇ ਗੱਲ ਕੀਤੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਈ। ਪਰਮਾਤਮਾ ਨੇ ਜਦੋਂ ਇਸ ਆਵਾਜ਼ ਦੇ ਨਾਲ ਦ੍ਰਿਸ਼ਟਮਾਨ ਸੰਸਾਰ ਨੂੰ ਪੈਦਾ ਕੀਤਾ, ਤੇ ਕਹਿੰਦੇ ਨੇ ਕਿ ਹਵਾ ਜੋ ਹੈ ਉਹ ਇੱਕ ਗੈਸਾਂ ਦੇ ਰੂਪ ਦੇ ਵਿੱਚ ਪੈਦਾ ਹੋਈ ਹੈ ਜੀ। ਜਿਵੇਂ ਕਿ H2O ਦਾ ਫਾਰਮੂਲਾ ਹੈ ਨਾ ਜੀ, H2O, ਹਾਂਜੀ, H2O ਦਾ ਫਾਰਮੂਲਾ, ਹਾਈਡਰੋਜਨ ਤੇ ਆਕਸੀਜਨ, ਇਹ ਗੈਸਾਂ ਜਦੋਂ ਉਸ ਹਵਾ ਦੇ ਰੂਪ ਵਿੱਚ ਨਿਕਲੀਆਂ ਨੇ ਤੇ ਸੰਸਾਰ ਤੇ ਜਲ ਹੀ ਜਲ ਹੋ ਗਿਆ ਹੈ। ਕਿਉਂਕਿ ਮੈਥਡ ਅੱਜ ਵੀ ਉਹੀ ਹੈ, H2O ਦਾ, ਅੱਜ ਵੀ ਪਾਣੀ ਦਾ ਜੋ ਸਿਧਾਂਤ ਉਹੀ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜਿਆ, ਘਟ ਘਟ ਜਾਤ ਸਮੂਏ। ਕਹਿੰਦੇ ਕਿ ਉਸ ਪ੍ਰਮਾਤਮਾ ਦੀ ਜਿਹੜੀ ਜੋਤ ਹੈ ਉਹ ਸਾਰੇ ਘਟਾਂ ਵਿੱਚ ਇਸ ਢੰਗ ਦੇ ਨਾਲ ਸਮਾਈ ਹੋਈ ਹੈ ਕਿ ਪ੍ਰਮਾਤਮਾ ਦੀ ਆਵਾਜ਼ ਨਾਦ ਦੇ ਰੂਪ ਵਿੱਚ ਅੱਜ ਵੀ ਸਾਰੇ ਘਟਾਂ ਦੇ ਵਿੱਚ ਉਹ ਵਰਤ ਰਹੀ ਹੈ। ਉਹ ਸਾਰੇ ਜੀਵ ਜੰਤ ਜੋ ਪ੍ਰਮਾਤਮਾ ਨੇ ਪੈਦਾ ਕੀਤੇ ਨੇ, ਜੋ ਆਕਾਸ਼ ਪੈਦਾ ਕੀਤੇ ਨੇ, ਔਰ ਚੰਦ, ਸੂਰਜ, ਗ੍ਰਹਿ, ਤਾਰੇ, ਨਛੱਤਰ, ਚਾਰ ਖਾਣੀਆਂ ਦੇ ਜੀਵ, ਜੋ ਕੁਝ ਵੀ ਦ੍ਰਿਸ਼ਟਮਾਨ ਸੰਸਾਰ ਵਿੱਚ ਵੇਖਦੇ ਆ,
ਉਹ ਆਵਾਜ਼ ਅੱਜ ਵੀ ਗੂੰਜਦੀ ਹੈ। ਉਸ ਆਵਾਜ਼ ਨੂੰ ਆਖਦੇ ਨੇ ਅਨਹਦ ਨਾਦ। ਉਹ ਮੇਰੇ ਵਿੱਚ ਵੀ ਗੂੰਜ ਰਿਹਾ, ਤੁਹਾਡੇ ਵਿੱਚ ਵੀ ਗੂੰਜ ਰਿਹਾ, ਤੇ ਸਾਰੇ ਸੰਸਾਰ ਵਿੱਚ ਉਸ ਪ੍ਰਮਾਤਮਾ ਦੀ ਉਹ ਆਵਾਜ਼, ਉਹ ਸ਼ਕਤੀ, ਉਹ ਪਸਰੀ ਹੋਈ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਕਈ ਉਸਦੇ ਨਿਰਾਕਾਰ ਜੋ ਪ੍ਰਮਾਤਮਾ ਦਾ ਆਪਣਾ ਰੰਗ ਕੋਈ ਨਹੀਂ ਹੋ। ਉਸ ਦੇ ਵਿੱਚੋਂ ਜਿਤਨੇ ਵੀ ਰੰਗ ਪੈਦਾ ਹੋਏ ਨੇ ਆਪਾਂ ਵੇਖਦੇ ਹਾਂ, ਰੰਗੀ ਰੰਗੀ ਭਾਤੀ ਕਰ ਕਰ। ਇਹ ਕਿਤਨੀਆਂ ਭਾਂਤਾਂ ਨੇ, ਜਿਨਸੀ ਕਿਤਨੀਆਂ ਜਿਨਸਾਂ ਨੇ, ਜੋ ਕੁਝ ਵੀ ਆਪਾਂ ਵੇਖਦੇ ਹਾਂ ਇਹ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਨੇ। ਇਸ ਕਰਕੇ ਹਰ ਰੂਪ ਵਿੱਚ ਪ੍ਰਮਾਤਮਾ ਨੂੰ ਵੇਖਣਾ। ਇਹ ਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਉਸ ਪ੍ਰਮਾਤਮਾ ਦੇ ਹੀ ਸਭ ਰੂਪ ਨੇ। ਪ੍ਰਮਾਤਮਾ ਦੀ ਸ਼ਕਤੀ ਸਭ ਦੇ ਵਿੱਚ ਹੈ। ਇਸ ਕਰਕੇ ਜੋ ਨਿਰਾਕਾਰ ਪ੍ਰਮਾਤਮਾ ਹੈ, ਜਿਸ ਦਾ ਆਪਣਾ ਆਕਾਰ ਕੋਈ ਨਹੀਂ, ਉਸ ਆਕਾਰ ਦੇ ਵਿੱਚੋਂ ਹੀ ਆਦਿਸ਼ਮਾਨ ਸਾਰਾ ਸੰਸਾਰ ਪੈਦਾ ਹੋਇਆ ਹੈ। ਇਸ ਕਰਕੇ ਸਾਨੂੰ ਹਰੇਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਚਾਹੇ ਕੋਈ ਕਿਸ ਢੰਗ ਦੇ ਨਾਲ ਵੀ ਜੀਵ ਹੋਵੇ। ਇੱਥੋਂ ਤੱਕ ਕਿ ਜਿਹੜੀਆਂ ਜੜ ਵਸਤੂਆਂ ਨੇ, ਸਾਨੂੰ ਉਹਨਾਂ ਦਾ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਉਹਨਾਂ ਦੇ ਵਿੱਚ ਅੰਦਰ ਵੀ ਪ੍ਰਮਾਤਮਾ ਦੀ ਜੋਤ ਸਮਾਈ ਹੋਈ ਹੈ। ਇਸ ਕਰਕੇ ਘਟ ਘਟ ਵਾਜੇ ਨਾਦ, ਸਭ ਚੀਜ਼ਾਂ ਦੇ ਵਿੱਚ ਉਸ ਪ੍ਰਮਾਤਮਾ ਦੀ ਜਿਹੜੀ ਆ ਆਵਾਜ਼, ਉਸ ਦੀ ਜੋਤ ਉਹ ਜਾਗ ਰਹੀ ਹੈ। ਤੇ ਉਸ ਨੂੰ ਸਮਝਣ ਵਾਸਤੇ ਸਾਨੂੰ ਗੁਰਬਾਣੀ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਜੀ 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 ਗਿਆਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਵਾਕਈ ਕੁਝੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਕੀਤੀ ਹੈ, ਪਰ ਤੁਸੀਂ ਬਹੁਤ ਵੱਡੀ ਚੀਜ਼ ਇੱਕ ਸਮਝਾ ਦਿੱਤੀ ਹੈ ਐਂਡ ਦੇ ਵਿੱਚ। ਜਿਹੜਾ ਤੁਸੀਂ ਇੱਕ ਵਰਡ ਯੂਜ਼ ਕੀਤਾ ਨਾ ਕਿ ਰਿਸਪੈਕਟ, ਜੇ ਤੁਸੀਂ ਰਿਸਪੈਕਟ ਸਭ ਦੀ ਇਸ ਤਾਂ ਹੀ ਕਰ ਪਾਓਗੇ, ਇਸੇ ਕਰਕੇ ਕਰ ਪਾਓਗੇ ਜੇ ਤੁਹਾਡੇ ਅੰਦਰ ਇਹ ਭਾਵਨਾ ਹੋਏਗੀ, ਹਨਾ, ਕਿ ਜੋ ਇੱਕ ਕਹਿ ਲਓ ਵੀ ਬੇਸਿਕ ਪ੍ਰਿੰਸੀਪਲ ਹੈਗਾ ਆ ਯੂਨੀਵਰਸ ਦਾ, ਕਿ ਹਰ ਇੱਕ ਚੀਜ਼ ਦੇ ਵਿੱਚ ਪ੍ਰਮਾਤਮਾ ਆਪ ਵਸਿਆ ਹੋਇਆ। ਅਟਵਾਲ ਜੀ, ਤੁਹਾਡੇ ਵੱਲ ਆਉਣਾ ਚਾਹਾਂਗਾ ਕਿ ਗਿਆਨੀ ਜੀ ਨੇ ਦੇਖੋ ਓੰਕਾਰ ਨੂੰ ਰਿਸਪੈਕਟ ਦੇ ਨਾਲ ਜੋੜ ਦਿੱਤਾ। ਹੁਣ ਰਿਸਪੈਕਟ ਕਿੱਡੀ ਵੱਡੀ ਚੀਜ਼ ਹੈ। ਅਸੀਂ ਜਾਣਦੇ ਹਾਂ, ਇੰਗਲਿਸ਼ ਵਿੱਚ ਵੀ ਕਹਾਵਤ ਹੈਗੀ ਕਿ ਗਿਵ ਰਿਸਪੈਕਟ ਟੇਕ ਰਿਸਪੈਕਟ, ਹੈ ਨਾ ਜੀ। ਔਰ ਰਿਸਪੈਕਟ ਦੇ ਨਾਲ ਤੁਸੀਂ ਕਹਿ ਲਓ ਵੀ ਵੱਡੇ ਤੋਂ ਵੱਡਾ ਕਾਰਜ ਵੀ ਸਹਿਜੇ ਹੀ ਕਰ ਜਾਂਦੇ ਹੋ। ਜੇ ਰਿਸਪੈਕਟ ਨਹੀਂ ਹੈ, ਲੈਕ ਆਫ ਰਿਸਪੈਕਟ ਹੈਗੀ ਹੈ ਦੁਨੀਆ ਦੇ ਵਿੱਚ ਕਿਤੇ ਵੀ ਹੁੰਦੇ ਹੋ, ਤੇ ਛੋਟੇ ਤੋਂ ਛੋਟਾ ਕੰਮ ਵੀ ਅੜ ਜਾਂਦਾ। ਕੀ ਕਹਿਣਾ ਚਾਹੋਗੇ? ਬਿਲਕੁਲ ਸਹੀ ਬੱਬੂ ਸਾਹਿਬ, ਜਿਹੜਾ ਤੁਸੀਂ ਇਹ ਲਿੰਕ ਕੀਤਾ। ਵੈਸੇ ਤਾਂ ਸਾਰਾ ਇਹੋ ਜੋ ਵੀ ਹੈ, ਅਸੀਂ ਤਾਕਤ ਦੀ ਗੱਲ ਕਰ ਰਹੇ ਹਾਂ, ਬੇਬਿਆਨ ਹੈ, ਬੇਅੰਤ ਹੈ ਜੀ। ਪਰ ਜੇ ਅਸੀਂ ਇਸੀ ਪੁਆਇੰਟ ਤੋਂ ਅੱਗੇ ਕਰੀਏ ਕਿ ਅਸੀਂ ਜੋ ਕਰਤਾ ਪੁਰਖ ਹੈ, ਜੋ ਕ੍ਰੀਏਟਰ ਹੈ, ਉਹਦੇ ਲਈ ਅਸੀਂ ਜੇ ਚਲੋ, ਕਿਉਂਕਿ ਅੰਤ ਤਾਂ ਪਾ ਨਹੀਂ ਸਕਦੇ ਜੀ, ਪਰ ਰਿਸਪੈਕਟ ਕਰਨਾ ਤਾਂ ਬਣਦਾ ਹੀ ਹੈ ਨਾ ਜੀ। ਜੇ ਕਿਤੇ ਅਸੀਂ ਉਹ ਰੀਜ਼ਨੇਬਲ ਰਿਸਪੈਕਟ ਵੀ ਆਪਣੇ ਅੰਦਰ ਜਾਂ ਡਰ ਪੈਦਾ ਕਰ ਲਈਏ। ਵੈਸੇ ਤਾਂ ਗੁਰਬਾਣੀ ਦੇ ਵਿੱਚ ਤਾਂ ਪਿਆਰ ਹੀ ਲਿਖਿਆ, ਫਿਰ ਇਸ ਕਰਤੇ ਦੇ ਨਾਲ ਜਿੰਨਾ ਪਿਆਰ ਪਾਓਗੇ ਉਨਾ ਪਿਆਰ ਤੁਹਾਨੂੰ ਵਾਪਸ ਮਿਲੇਗਾ, ਉਨਾ ਜੀਵਨ ਸੁਖੀ ਹੋਏਗਾ ਜੀ। ਤੋ ਬਿਲਕੁਲ ਸਹੀ ਗੱਲ ਹੈ। ਅੱਜ ਇਹੋ ਰਿਸਪੈਕਟ ਜਿਹੜਾ ਹੈ ਕਿ ਇਸ ਪਾਸੇ ਨੂੰ ਜਿਹੜੀ ਸੋਚ ਉਹ ਬੰਦ ਹੋ ਗਈ ਹੈ, ਤੇ ਅਸੀਂ ਜਿਸ ਪਾਸੇ ਨੂੰ ਨਹੀਂ ਜਾਣਾ ਸੀ ਉਸ ਪਾਸੇ ਨੂੰ ਜਾ ਰਹੇ ਹਾਂ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਕੁਦਰਤ ਦੇ ਕਣ ਕਣ ਦੇ ਵਿੱਚ ਉਹਦਾ ਰੂਪ ਦੇਖਣ ਦੀ ਬਜਾਏ ਜਿਹੜਾ ਅੰਤ ਨਹੀਂ ਪਾ ਸਕਦੇ, ਅਸੀਂ ਉਸ ਪਾਸੇ ਨੂੰ ਤੁਰੇ ਹੋਏ ਹਾਂ। ਸਾਰੀ ਸਾਇੰਸ, ਟੈਕਨੋਲੋਜੀ, ਐਵਰੀਥਿੰਗ, ਜਿਸ ਤਰ੍ਹਾਂ ਜਿਹੜੇ ਨੌਨ ਬਲੀਵਰਸ ਨੇ ਉਹ ਪਰਮਾਤਮਾ ਵਿੱਚ ਬਿਲੀਵ ਹੀ ਨਹੀਂ ਕਰਦੇ ਕਿ ਸਾਰਾ ਸਾਇੰਸ ਹੀ ਹੈ ਇਹੋ ਜਿਹੀ, ਅਸੀਂ ਸਾਇੰਸ ਦੇ ਨਾਲ ਤਰੱਕੀ ਕਰਕੇ ਪਤਾ ਨਹੀਂ ਕੀ ਪ੍ਰਾਪਤ ਕਰ ਲੈਣਾ ਜੀ। ਤੇ ਜਿੱਥੇ ਅਸੀਂ ਰਿਸਪੈਕਟ ਦੀ ਗੱਲ ਕੀਤੀ, ਉੱਥੇ ਗੁਰਬਾਣੀ ਤੇ ਸਾਨੂੰ ਬਾਰ-ਬਾਰ ਮਤਲਬ ਖਲੂਣੇ ਦੇ ਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਗੁਰਬਾਣੀ ਦੇ ਵਿੱਚ ਹੈ, ਬਿਨ ਗੋਬਿੰਦ ਨਾ ਦੀਸੇ ਕੋਈ, ਕਰਨ ਕਰਾਵਣ ਕਰਤਾ ਸੋਈ ਜੀ। ਸੋ ਸਾਨੂੰ ਕਣ ਕਣ ਦੇ ਵਿੱਚ ਇੱਕ ਗੋਬਿੰਦ ਦਾ ਰੂਪ ਹੀ ਦਿਸਦਾ ਹੈ ਜਦੋਂ ਇਨਸਾਨ ਇਸ ਪਾਸੇ ਨੂੰ ਤੁਰ ਪੈਂਦਾ ਹੈ। ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਵਨਨੈਸ ਦੀ, ਜਿਸ ਤਰ੍ਹਾਂ ਕਿ ਕਲਗੀਧਰ ਟਰੱਸਟ ਦਾ ਮਿਸ਼ਨ ਹੀ ਹੈ ਵਨ ਵਰਲਡ ਵਨ ਫੈਮਿਲੀ, ਕਿ ਜਦੋਂ ਇੱਕ ਤੋਂ ਅਸੀਂ ਦੋ ਵਾਲੀ ਸੋਚ ਸਾਡੀ ਹੋ ਜਾਂਦੀ ਹੈ, ਡੁਅਲਿਟੀ ਹੋ ਜਾਂਦੀ ਹੈ, ਦੁਵਿਧਾ ਹੋ ਜਾਂਦੀ ਹੈ, ਉੱਥੇ ਹੰਕਾਰ ਪੈਦਾ ਹੋ ਜਾਂਦਾ, ਈਗੋ ਪੈਦਾ ਹੋ ਜਾਂਦੀ ਹੈ, ਤੇ ਅਸੀਂ ਜਿੰਨੀ ਈਗੋ ਪੈਦਾ ਹੁੰਦੀ ਹੈ ਉਨਾ ਹੀ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਜਾਂਦੇ ਹਾਂ। ਤੇ ਉਹ ਜਿੰਨੇ ਵੀ, ਜਿਸ ਤਰ੍ਹਾਂ
ਸਾਰਿਆਂ ਨੂੰ ਪਤਾ ਹੀ ਹੈ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਕਰਾਂਗੇ, ਗੈਰ ਜਿਹੜੇ ਕਾਨੂੰਨ ਹੈ ਤਾਂ ਇਨਸਾਨ ਦੇ ਬਣਾਇਆ ਹੋਇਆ ਕਾਨੂੰਨ ਹੈ, ਅਸੀਂ ਗੈਰ ਕਾਨੂੰਨੀ ਕੋਈ ਕੰਮ ਕਰਦੇ ਉਹਦੀ ਸਜ਼ਾ ਮਿਲਦੀ ਹੈ ਜੀ ਐਟ ਦ ਸੇਮ ਟਾਈਮ। ਜੇ ਇਸੀ ਚੀਜ਼ ਨੂੰ ਅਸੀਂ ਜਿਹੜੇ ਪ੍ਰਮਾਤਮਾ ਦੇ ਕਾਨੂੰਨ ਬਣਾਏ ਹੋਏ ਨੇ, ਜੋ ਕੁਦਰਤ ਦੇ ਕਾਨੂੰਨ ਹੈ, ਅਸੀਂ ਗੈਰ ਕੁਦਰਤੀ ਕੋਈ ਵੀ ਕੰਮ ਕਰਾਂਗੇ ਉਹਦੀ ਸਜ਼ਾ ਸਾਨੂੰ ਪ੍ਰਮਾਤਮਾ ਦੀ ਜੋ ਵੱਡੀ ਪਿਕਚਰ ਹੈ ਉਹਦੇ ਅੰਦਰ ਕਿਤੇ ਨਾ ਕਿਤੇ ਜੋ ਇਹ ਕਰਮਾਂ ਦੀ ਖੇਤੀ ਹੈ, ਜੋ ਮਰਨ ਦਾ 84 ਲੱਖ ਦਾ ਗੇੜ ਹੈ, ਜੋ ਖੰਡਾਂ ਦਾ ਜੋ ਇਹੋ ਸਿਰਜਣਾ ਹੈ, ਜੋ ਇਹਨਾਂ ਦਾ ਇੱਕ ਬਹੁਤ ਬੜੀ ਤਾਕਤ ਦਾ ਇਹੋ ਅਹਿਸਾਸ ਸਾਨੂੰ ਹੋਣਾ ਚਾਹੀਦਾ। ਜੇ ਅਸੀਂ ਇਹਨਾਂ ਚੀਜ਼ਾਂ ਦਾ ਰਿਸਪੈਕਟ ਨਹੀਂ ਕਰਦੇ ਤਾਂ ਉਹਦੀ ਸਜ਼ਾ ਸਾਨੂੰ ਕਿਤੇ ਨਾ ਕਿਤੇ ਮਿਲਣੀ ਹੈ ਜੀ। ਅਸੀਂ ਮੈਂ ਨਾਲ ਹੀ ਜੋੜਦਾ ਚਲਾ ਜਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜੋ ਸਾਡਾ ਇਸ ਪ੍ਰੋਗਰਾਮ ਦਾ ਮਿਸ਼ਨ ਹੀ ਇਹੋ ਹੈ ਕਿ ਇਹ ਵਿਦਿਆ, ਜਿਹੜੀ ਵਿਦਿਆ ਸਾਨੂੰ ਪ੍ਰਮਾਤਮਾ ਬਾਰੇ ਨਹੀਂ ਦੱਸਦੀ, ਜਿਹੜੀ ਵਿਦਿਆ ਸਾਡਾ ਪਿਆਰ ਪ੍ਰਮਾਤਮਾ ਦੇ ਨਾਲ ਨਹੀਂ ਵਧਾਉਂਦੀ, ਉਸ ਵਿਦਿਆ ਦਾ ਨੁਕਸਾਨ ਹੀ ਨੁਕਸਾਨ ਹੈ। ਟਰੱਸਟ ਦਾ ਮਿਸ਼ਨ ਹੈ ਕਿ ਉਹਨੇ ਬੇਸ ਬਣਾਇਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ, ਜੋ ਇਨ ਇਟਸੈਲਫ ਇੱਕ ਜੋ ਪ੍ਰਮਾਤਮਾ ਨੇ ਆਪ ਆ ਕੇ ਇਹੋ ਸਾਨੂੰ ਇੱਕ ਲੈਸਨ ਦਿੱਤਾ, ਇਸ ਤਰ੍ਹਾਂ ਦਾ ਸਿੱਖਿਆ ਦਿੱਤੀ ਕਿ ਜੀਵਨ ਜਾਂਚ ਦਸੀ ਹੈ, ਇਹਦੇ 'ਚ ਕੋਈ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਹੈ, ਕੋਈ ਮਤਲਬ ਕੁਛ ਵੀ ਚੀਜ਼ ਮਿਸਿੰਗ ਨਹੀਂ ਹੈ। ਅਸੀਂ ਜੇ ਜੋ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਤੇ 10 ਗੁਰੂਆਂ ਗੁਰਬਾਣੀ ਦਾ ਜੋ ਉਪਦੇਸ਼ ਹੈ, ਜੇ ਅਸੀਂ ਇਹਨੂੰ ਆਪਣਾ ਜੀਵਨ ਦਾ ਆਧਾਰ ਬਣਾ ਲਈਏ, ਸਾਡਾ ਇੱਕ ਜੀਵਨ ਇੱਕ ਪੂਰਨ ਇਨਸਾਨ ਵਾਲਾ ਜੀਵਨ ਹੈ, ਜਿਹਦੇ 'ਚੋਂ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਨਹੀਂ ਹੋ ਸਕਦੀ, ਕਿਸੇ ਨੂੰ ਵੀ ਨਾਰਾਜ਼ਗੀ ਨਹੀਂ ਹੋ ਸਕਦੀ, ਤੇ ਇਹਦੇ 'ਚ ਸੁੱਖ ਹੀ ਸੁੱਖ ਹੈ, ਖੁਸ਼ੀ ਹੀ ਖੁਸ਼ੀ ਹੈ, ਆਨੰਦ ਹੀ ਆਨੰਦ ਹੈ। ਫੋਰਚੂਨੇਟਲੀ ਅਸੀਂ ਇਸ ਪਾਸੇ ਨੂੰ ਜਾਣ ਦੀ ਬਜਾਏ ਅਸੀਂ ਦੁਨਿਆਵੀ ਵਿਦਿਆ ਜਿਹੜੀ ਹੈ ਕਿ ਉਸ ਪਾਸੇ ਨੂੰ ਬਹੁਤ ਜ਼ਿਆਦਾ ਜਿਹੜਾ ਇਹੋ ਬੈਲੈਂਸ ਹੈ, ਅਸੀਂ ਸਾਡੇ ਮੀਰੀ ਪੀੜੀ ਦਾ ਕਨਸੈਪਟ ਵੀ ਆਉਂਦਾ ਕਿ ਮੀਰੀ ਪੀੜੀ ਦੇ ਵਿੱਚ ਜਿਹੜਾ ਬੈਲੈਂਸ ਬਹੁਤ ਜ਼ਰੂਰੀ ਹੈ ਜੀਵਨ ਦੇ ਵਿੱਚ, ਬੈਲੈਂਸ ਸਮਾਜ ਦੇ ਵਿੱਚ, ਬੈਲੈਂਸ ਦੁਨੀਆ ਦੇ ਵਿੱਚ, ਬੈਲੈਂਸ ਸਾਡੇ ਹਥਿਆਰਾਂ ਦਾ ਬੈਲੈਂਸ, ਸਾਡੀ ਸਪਿਰਿਚੁਅਲ ਥਿੰਕਿੰਗ ਜਿਹੜੀ ਹੈ, ਸਪਿਰਿਚੁਅਲ ਪਾਵਰ ਹੈ, ਸਪਿਰਿਚੁਅਲ ਤੇ ਫਿਜ਼ੀਕਲ ਪਾਵਰ, ਉਹਦਾ ਬੈਲੈਂਸ, ਗੁੱਸੇ ਦਾ, ਕ੍ਰੋਧ ਦਾ ਬੈਲੈਂਸ, ਪਿਆਰ ਦਾ ਬੈਲੈਂਸ, ਜਿਹੜੀ ਵੀ ਚੀਜ਼ ਅਸੀਂ ਐਕਸਟ੍ਰੀਮ 'ਚ ਕਰਾਂਗੇ ਉਹਦਾ ਨੁਕਸਾਨ ਹੀ ਹੋਣਾ। ਜਿਹੜਾ ਕਨਸੈਪਟ ਹੈ ਇੱਕ ਬੈਲੈਂਸ ਦਾ ਕਨਸੈਪਟ ਹੈ, ਇਹ ਬੈਲੈਂਸ, ਇਹ ਜਿਹੜੀ ਵਿਦਿਆ ਜੋ ਢਾਂਚਾ ਅਸੀਂ ਇੱਥੇ ਪ੍ਰਮੋਟ ਕਰ ਰਹੇ ਹਾਂ, ਜੋ ਜਿਸ ਦੇ ਉੱਤੇ ਬੇਸ ਹੈ ਕਲਗੀਧਰ ਟਰੱਸਟ ਦਾ ਮਿਸ਼ਨ, 131 ਸਕੂਲ 3 ਯੂਨੀਵਰਸਿਟੀਆਂ ਦੇ ਵਿੱਚ ਜੋ ਬੱਚਿਆਂ ਨੂੰ ਸਿੱਖਿਆ ਦੇ ਰਹੀ, ਉਹ ਇੱਕ ਬੈਲੈਂਸਡ ਜੀਵਨ ਹੈ ਜਿਹੜਾ ਕਿ ਸਪਿਰਿਚੁਅਲ ਤੇ ਫਿਜ਼ੀਕਲ ਤੇ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਵਿਚਰਨਾ ਹੈ ਜੀ। ਤੋ ਸੰਗਤਾਂ ਦਾ ਸਾਡਾ ਅੱਜ ਦਾ, ਅਸੀਂ ਕਈ ਵਾਰੀ ਅਸੀਂ ਸਬਜੈਕਟ ਮੈਟਰ 'ਚ ਜ਼ਿਆਦਾ ਚਲੇ ਜਾਂਦੇ ਹਾਂ ਤਾਂ ਸਾਡੀ ਜਿਹੜਾ ਅਪੀਲ ਵਾਲਾ ਮਿਸ਼ਨ ਉਹ ਪਿੱਛੇ ਰਹਿ ਜਾਂਦਾ, ਕਿ ਸੰਗਤਾਂ ਅੱਗੇ ਬੇਨਤੀ ਇਹ ਹੀ ਹੈ ਕਿ ਅਸੀਂ ਜੇ ਬੈਲੈਂਸ ਸਮਾਜ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ, ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਜੋ ਕਿ ਉੱਥੇ ਬੈਲੈਂਸ ਇਸ ਹੱਦ ਤੱਕ ਵਿਗੜ ਗਿਆ ਹੈ ਕਿ ਕੂੜ ਪ੍ਰਧਾਨ, ਚਾਰੇ ਪਾਸੇ ਕੂੜ ਪ੍ਰਧਾਨ ਹੈ ਇਸ ਵੇਲੇ। ਰਾਜਨੀਤੀ ਧਰਮ ਦੇ ਉੱਤੇ ਇਸ ਤਰ੍ਹਾਂ ਕਾਬਜ ਹੈ ਕਿ ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਹੋਣਾ ਚਾਹੀਦਾ ਸੀ ਕਿ ਧਰਮ ਰਾਜਨੀਤੀ ਦੇ ਉੱਤੇ ਕਾਬਜ ਹੋ ਕੇ ਪੰਜਾਬ ਦੁਨੀਆ ਦੇ ਵਿੱਚ ਇੱਕ ਚਾਨਣ ਮੁਨਾਰਾ ਬਣਦਾ ਪੂਰੀ ਦੁਨੀਆ ਵਾਸਤੇ। ਇਹ ਸਾਡੇ ਗੁਰੂਆਂ ਦੇ ਜੋ ਮਿਸ਼ਨ ਹੈ ਉਹਦੇ 'ਚ ਇੰਨੀ ਤਾਕਤ ਹੈ, ਪਰ ਉਸ ਤਰ੍ਹਾਂ ਦੀ ਨਾ ਹੋਣ ਕਰਕੇ ਉਸ ਤਾਕਤ ਦਾ ਕੋਈ ਵੀ ਫਾਇਦਾ ਉਠਾ ਨਹੀਂ ਸਕਿਆ। ਵਾਹਿਗੁਰੂ ਦੀ ਵੱਡੀ ਪਿਕਚਰ ਹੈ ਕਿ ਜਿਹੜੇ ਇੱਕ ਸਿੱਖ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਹਨ ਤੇ ਕਿਤੇ ਨਾ ਕਿਤੇ ਉਹ ਕ੍ਰਿਸ਼ਮਾ ਸਾਹਮਣੇ ਆਏਗਾ, ਇਹ ਕਲਾ ਵਰਤੇਗੀ ਤੇ ਰਾਜ ਕਰੇਗਾ। ਖਾਲਸਾ ਵਾਲਾ ਕਨਸੈਪਟ ਬਿਲਕੁਲ ਸਹੀ ਹੋਏਗਾ, ਕਿਉਂਕਿ ਇਹ ਇੱਕ ਵੇਵ ਹੀ ਹੁੰਦੀ ਹੈ। ਅੱਜ ਕੱਲ੍ਹ ਤੇ ਦੁਨੀਆ ਇੱਕ ਵਨ ਵਿਲੇਜ ਵਾਂਗੂ ਹੋ ਗਈ ਹੈ ਕਿ ਅੱਜ ਤੁਸੀਂ ਗੱਲ ਕਰੋ ਪੂਰੀ ਦੁਨੀਆ 'ਚ, ਕੱਲ੍ਹ ਨੂੰ ਫੈਲ ਜਾਂਦੀ ਹੈ ਜੀ। ਸਿਰਫ ਇੱਕ ਵੇਵ ਵਾਂਗੂ ਕਦੀ ਨਾ ਕਦੀ ਇਸ ਤਰ੍ਹਾਂ ਫੈਲੇਗਾ, ਕਿਉਂਕਿ ਅਸੀਂ ਕਦੀ ਕਮਿਊਨਿਜ਼ਮ ਦੀ ਗੱਲ ਕਰਦੇ ਹਾਂ, ਸੋਸ਼ਲਿਜ਼ਮ ਦੀ ਗੱਲ ਕਰਦੇ ਹਾਂ, ਪਰ ਜੋ ਗੁਰੂ ਨਾਨਕ ਦੇਵ ਜੀ ਦੀ ਸੋਚ ਹੈ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ ਤੋਂ ਬਾਹਰ ਹੈ ਹੀ ਕੁਛ ਨਹੀਂ ਜੀ। ਬਿਲਕੁਲ ਅਸੀਂ ਸੰਗਤਾਂ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਤੁਸੀਂ ਇਸ ਵਾਲੀ ਕਿਸਾਨ ਅੰਦੋਲਨ ਦੇ ਵਿੱਚ ਵੀ ਦੇਖ ਚੁੱਕੇ ਆ, ਹਾਲਾਤ ਕਿੰਨੇ ਵਿਗੜ ਚੁੱਕੇ ਹਨ, ਆਰਥਿਕ ਹਾਲਾਤ ਕਿੰਨੇ ਵਿਗੜ ਚੁੱਕੇ ਹਨ, ਤੇ ਧਾਰਮਿਕ ਤੇ ਤੁਸੀਂ ਦੇਖ ਹੀ ਲਿਆ ਕਿ ਉੱਥੇ ਕੀ ਹਾਲ ਹੈ। ਸੋ ਸਾਡੇ ਬਹੁਤ ਹੀ ਇਸ ਤਰ੍ਹਾਂ ਦੇ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਹਨ ਜਿਨ੍ਹਾਂ ਦੇ ਕੋਲ ਸਕੂਲ ਜਾਣ ਦੇ ਵਿੱਚ ਆਪਣੇ ਫੀਸ ਤੱਕ ਨਹੀਂ ਦੇ ਸਕਦੇ ਜੋ ਖਰਚਾ ਹੈ, ਕਿਉਂਕਿ ਜਿਹੜੀ ਸਰਕਾਰੀ ਵਿਦਿਆ ਉਹ ਤੇ ਨਾ ਹੋਇਆ ਨਾਲ ਦੀ ਹੈ। ਉੱਥੇ ਤਾਂ ਕੋਈ ਕਿਸੇ ਪਾਸੇ ਤੁਸੀਂ ਜੇ ਪੜ੍ਹ ਵੀ ਲਓਗੇ ਸਰਕਾਰੀ ਸਕੂਲਾਂ ਦੇ ਵਿੱਚ, ਕੋਈ ਤੁਹਾਡਾ ਕੋਈ ਫਿਊਚਰ ਨਹੀਂ। ਸੋ ਉਸ ਬਾਰੇ ਤਾਂ ਅਸੀਂ ਗੱਲ ਵੀ ਨਹੀਂ ਕਰਦੇ। ਜਿਹੜਾ ਮਿਸ਼ਨ ਸੰਤ ਅਤਰ ਸਿੰਘ ਜੀ ਮਹਾਰਾਜ, ਸੰਤ ਤੇਜਾ ਸਿੰਘ ਜੀ ਮਹਾਰਾਜ ਤੇ ਹੁਣ ਸੰਤ ਬਾਬਾ ਇਕਬਾਲ ਸਿੰਘ ਜੀ ਜਿਸ ਮਿਸ਼ਨ ਨੂੰ ਲੈ ਕੇ ਗਏ ਨੇ ਕਿ ਬੱਚਿਆਂ ਨੂੰ ਅਸੀਂ ਸਿੱਖੀ ਸਰੂਪ ਵਿੱਚ ਜ਼ਰੂਰ ਰੱਖੀਏ, ਅਸੀਂ ਇਹਨਾਂ ਨੂੰ ਨਿਤਨੇਮ ਨਾਲ ਜ਼ਰੂਰ ਜੋੜੀਏ, ਗੁਰਬਾਣੀ ਨਾਲ ਜੋੜੀਏ, ਸਹਿਜ ਪਾਠ ਜ਼ਰੂਰ ਕਰਾਈਏ, ਅਖੰਡ ਪਾਠੀ ਬਣਾਈਏ, ਤੇ ਨਾਲ
ਦੁਨਿਆਵੀ ਵਿੱਦਿਆ ਦੇ ਵਿੱਚ ਵੀ ਇਹਨਾਂ ਨੂੰ ਨੰਬਰ 1 ਦੀ ਮਹਾਰਤ ਦਈਏ। ਉਸ ਜੀ ਮਿਸ਼ਨ ਤੇ ਚੱਲਦੇ ਹੋਏ ਇਸ ਵੇਲੇ 70,000 ਬੱਚੇ ਪੰਜਾਬ ਦਾ ਰੰਗ ਰੂਪ ਬਿਲਕੁਲ ਬਦਲ ਰਹੇ ਨੇ, ਘਰਾਂ ਚੋਂ ਨਸ਼ੇ ਕੱਢ ਰਹੇ ਨੇ, ਮਾਂ-ਬਾਪ ਨੂੰ ਸੁਧਾਰ ਰਹੇ ਨੇ। ਹੁਣ ਤਾਂ ਦੂਸਰੇ ਵਿੱਚ ਚਾਹੀਦਾ ਸੀ, ਪਰ ਕਹਾਣੀ ਇੰਨੀ ਵਿਗੜ ਗਈ ਕਿ ਬੱਚੇ ਮਾਂ-ਬਾਪ ਦੀ ਸ਼ਰਾਬ ਛਡਾ ਰਹੇ ਨੇ। ਜੀ ਉਹ ਬੱਚੇ ਇਸ ਤਰ੍ਹਾਂ ਦੀ ਵਿੱਦਿਆ, ਲੱਖਾਂ ਬੱਚੇ ਵੇਟ ਕਰ ਰਹੇ ਨੇ ਜਿਹੜੇ ਸਕੂਲਾਂ ਦੇ ਵਿੱਚ ਨਹੀਂ ਜਾ ਸਕਦੇ, ਕਿਉਂਕਿ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਤੁਹਾਡੀ ਇੰਗਲਿਸ਼ ਮੀਡੀਅਮ ਦੇ ਵਿੱਚ ਜੋ ਹੈ ਐਜੂਕੇਸ਼ਨ, ਉਹਦਾ ਖਰਚਾ ਹੈ। ਖਾਸ ਕਰਕੇ ਜਦੋਂ ਪਿੰਡਾਂ 'ਚ ਜਾ ਕੇ ਸਕੂਲ ਖੋਲਦੇ ਹੋ, ਟੀਚਰ ਬੜੇ ਮੁਸ਼ਕਲ ਮਿਲਦੇ ਆ। ਸੋ ਉਹ ਖਰਚਾ ਹੈ ਜੋ ਕਿ 30 ਪਾਉਂਡ ਮਹੀਨੇ ਦਾ ਖਰਚਾ ਹੈ। ਤੋ ਉਸ ਬੇਸ ਦੇ ਉੱਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਰਾਹੀਂ ਕਿ ਘੱਟੋ ਘੱਟ ਹਰ ਇੱਕ ਪਰਿਵਾਰ ਇੱਕ ਬੱਚਾ, ਇੱਕ ਬੱਚੇ ਦੀ ਸਪਾਂਸਰਸ਼ਿਪ ਵਿੱਦਿਆ ਦੀ ਜ਼ਿੰਮੇਵਾਰੀ ਜ਼ਰੂਰ ਚੱਕੇ, ਤਾਂ ਕਿ ਜੋ ਇਸ ਵੇਲੇ ਕਲਗੀਧਰ ਟਰੱਸਟ ਦੇ ਉੱਤੇ ਬੋਝ ਹੈ, ਜਿਨ੍ਹਾਂ ਦਾ ਮਿਸ਼ਨ ਹੈ ਕਿ 1 ਵਰਲਡ 1 ਫੈਮਿਲੀ। ਸੋ ਉਸ ਮਿਸ਼ਨ ਦੇ ਆਧਾਰ ਤੇ ਅਸੀਂ ਸੰਗਤਾਂ ਅੱਗੇ ਅਪੀਲ ਕਰਦੇ ਹਾਂ ਕਿ ਇੱਕ ਬੱਚੇ ਦੀ ਸਪਾਂਸਰਸ਼ਿਪ ਜ਼ਰੂਰ ਲਵੋ। ਖਾਸ ਕਰਕੇ ਆ ਵੀਕ ਜਾ ਰਿਹਾ ਖਾਲਸਾ ਦੇ ਸਿਰਜਣਾ ਦਿਵਸ ਦਾ ਵੀਕ ਹੈ। ਸੋ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ, ਤੇ ਅਸੀਂ ਆਸ ਕਰਦੇ ਹਾਂ ਕਿ ਹਰ ਇੱਕ ਇਨਸਾਨ, ਹਰ ਇੱਕ ਪਰਿਵਾਰ, ਜੋ ਮੈਂ ਕਹਿੰਦਾ ਬਹੁਤ ਲੱਕੀ ਹੈ ਕਿ ਜਿਹੜੇ ਪੰਜਾਬ ਤੋਂ ਬਾਹਰ ਸਹੀ ਟਾਈਮ ਨਿਕਲ ਗਏ। ਪਰ ਸਾਡੀ ਜਿਹੜੀ ਜ਼ਿੰਮੇਵਾਰੀ ਪੰਜਾਬ ਲਈ ਉਹ ਖਤਮ ਨਹੀਂ ਹੁੰਦੀ। ਅਸੀਂ ਕਿਤੇ ਵੀ ਚੱਲ ਜਾਈਏ, ਦੁਨੀਆ ਦੇ ਕਿਸੇ ਕੋਨੇ 'ਚ ਵੀ ਚੱਲ ਜਾਈਏ, ਉਹ ਜ਼ਿੰਮੇਵਾਰੀ ਦਾ ਅਹਿਸਾਸ ਹਮੇਸ਼ਾ ਸਾਨੂੰ ਰਹਿਣਾ ਚਾਹੀਦਾ ਹੈ। ਤਾਂ ਉਸ ਜ਼ਿੰਮੇਵਾਰੀ ਦੇ ਤਹਿਤ ਹੀ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ ਬਹੁਤਾ ਜੇ ਨਹੀਂ ਕਰ ਸਕਦੇ, ਘੱਟੋ ਘੱਟ ਇੱਕ ਬੱਚੇ ਦੀ ਸਪਾਂਸਰਸ਼ਿਪ ਜ਼ਰੂਰ ਲਈਏ। ਸਪਾਂਸਰਸ਼ਿਪ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੀ ਵਿੱਦਿਆ ਬੱਚਿਆਂ ਨੂੰ ਦਿੱਤੀ ਜਾਵੇ ਜਿਹੜੇ ਕਿ ਕੁਦਰਤ ਦਾ ਜਿਹੜਾ ਕਾਨੂੰਨ ਆ ਉਹਦੇ ਖਿਲਾਫ ਨਾ ਜਾਣ, ਕਿਉਂਕਿ ਜਦੋਂ ਅਸੀਂ ਕੁਦਰਤ ਦੇ ਖਿਲਾਫ ਜਾਂਦੇ ਹਾਂ, ਉੱਥੇ ਹਉਮੈ, ਈਗੋ ਆ ਜਾਂਦੀ ਹੈ ਤੇ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਜਾਂਦੇ ਹਾਂ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ, ਇਹ ਤਾਂ ਹੈ ਕਿ ਬਿਲਕੁਲ ਅਸੀਂ ਜੋ ਕਣ ਦੇ ਵਿੱਚ, ਜੇ ਅਸੀਂ ਹਰ ਇੱਕ ਇਨਸਾਨ ਦੇ ਵਿੱਚ ਅਸੀਂ ਪਰਮਾਤਮਾ ਦਾ ਰੂਪ ਨਹੀਂ ਦੇਖ ਸਕਦੇ, ਇਹਦਾ ਮਤਲਬ ਕਿ ਸਾਡੀ ਜਿਹੜੀ ਵਿੱਦਿਆ ਉਹਦੇ ਵਿੱਚ ਕੁਝ ਕਮੀ ਰਹਿ ਗਈ ਹੈ। ਜੀ ਬਿਲਕੁਲ, ਸਿਰਜਣਾ ਦੇ ਵਿੱਚ ਕੋਈ ਕਮੀ ਨਹੀਂ। ਜੀ ਬਿਲਕੁਲ, ਸਿਰਜਣਾ ਦੇ ਵਿੱਚ ਕੋਈ ਕਮੀ ਨਹੀਂ। ਜੇ ਅਸੀਂ ਦੇਖੀਏ ਕਿ ਕੁਦਰਤ ਦੇ ਵਿੱਚ ਕਿਸ ਤਰ੍ਹਾਂ ਦੇ ਕੁਦਰਤ ਦੇ ਕਾਨੂੰਨ ਨੇ, ਇੱਕ ਦਰਖਤਾਂ ਦੇ ਵਿੱਚ ਵੀ ਜਾਨ ਹੈ। ਜੀ ਕਿੱਥੇ ਕਿੱਥੇ ਪੱਥਰਾਂ ਦੇ ਵਿੱਚ ਕੀੜੇ ਆ, ਉਹਨਾਂ ਨੂੰ ਉੱਥੇ ਤੱਕ ਖੁਰਾਕ ਦਾ ਇੰਤਜ਼ਾਮ ਕੀਤਾ। ਸਾਡਾ ਕਿਉਂ ਨਹੀਂ ਹੋਏਗਾ? ਅਸੀਂ ਪੂਰੀ ਲਾਈਫ ਚਿੰਤਾ ਦੇ ਵਿੱਚ ਹੀ ਗਵਾ ਦਿੰਦੇ ਆ ਕਿ ਮੇਰੀ ਰੋਜੀ ਰੋਟੀ ਦਾ ਕੀ ਹੋਊਗਾ, ਮੈਨੂੰ ਕੋਈ ਬਿਮਾਰੀ ਨਾ ਹੋ ਜਾਏ, ਸਾਡੇ ਬੱਚਿਆਂ ਦਾ ਕੀ ਹੋਏਗਾ। ਫਿਕਰ ਦੇ ਵਿੱਚ ਸਾਰੀ ਅਸੀਂ ਆਪਣੀ ਜਿਹੜਾ ਹੈ ਲਾਈਫ ਹੈ, ਭਾਈ ਪ੍ਰਾਪਤ ਮਾਨੁਖ ਦੇਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਸੀਂ ਉਸ ਪਾਸੇ ਨਾ ਜਾਂਦੇ ਹੋਏ ਸਾਰੀ ਉਮਰ ਆਪਣੇ ਇੱਕ ਸਿਰਫ ਆ ਜਿਹੜਾ ਕਿ ਕਿ ਉਹ ਫਲਾਨਾ ਮੇਰੇ ਨਾਲ ਜ਼ਿਆਦਾ ਤਰੱਕੀ ਕਰ ਗਿਆ, ਉਹ ਘੱਟ ਕਰ ਗਿਆ, ਤੇ ਇਹਨਾਂ ਚੱਕਰਾਂ ਦੇ ਵਿੱਚ ਹੀ ਅਸੀਂ ਜਿਹੜਾ ਇੰਬੈਲੈਂਸ ਹੈ ਤੇ ਇਨਇਕੁਐਲਿਟੀ ਹੈ, ਜੋ ਸਫਰਿੰਗ ਹੈ, ਉਹਦੇ ਵਿੱਚ ਅਸੀਂ ਸਾਰਾ ਜੀਵਨ ਗਵਾ ਦਿੰਦੇ ਹਾਂ। ਹਰ ਇੱਕ ਚੀਜ਼ ਇਹੋ ਇੱਕ ਬੜਾ ਸਿੰਪਲ ਜਿਹਾ ਅਸੂਲ ਬਣਾ ਲਓ ਕਿ ਤੁਹਾਡੇ ਅੰਦਰ ਜਿਹੜੀ ਆਤਮਾ ਹੈ ਉਹ ਇੱਕ ਪਰਮਾਤਮਾ ਦਾ ਇੱਕ ਤਰ੍ਹਾਂ ਦਾ ਇੱਕ ਨੈਵੀਗੇਸ਼ਨ ਸਿਸਟਮ ਹੈ। ਤੋ ਹਮੇਸ਼ਾ ਆਪਣੇ ਆਤਮਾ ਦੀ ਆਵਾਜ਼ ਸੁਣੋਗੇ ਤੇ ਆਤਮਾ ਕਦੀ ਤੁਹਾਨੂੰ ਗਲਤ ਰਾਹ ਤੇ ਜਾਣ ਲਈ ਪ੍ਰੇਰਿਤ ਨਹੀਂ ਕਰੇਗੀ। ਆਤਮਾ ਤੁਹਾਨੂੰ ਹਮੇਸ਼ਾ ਦੱਸੇਗੀ ਕਿ ਭਾਈ ਆ ਜਿਹੜਾ ਤੂੰ ਕੰਮ ਕਰ ਰਿਹਾ ਇਹ ਠੀਕ ਹੈ, ਤੇਰਾ ਤਾਂ ਫਾਇਦਾ ਹੋ ਜਾਏਗਾ, ਪਰ ਤੂੰ ਨੁਕਸਾਨ ਉਸ ਬੰਦੇ ਦਾ ਕਰ ਰਿਹਾ। ਬਿਲਕੁਲ, ਜਿਹੜੀ ਤੁਹਾਡੀ ਇੱਕ ਗਾਈਡਿੰਗ ਫੋਰਸ ਤੁਹਾਡੇ, ਤੁਸੀਂ ਇਫ ਯੂ ਫੋਲੋ ਦਾ ਪਾਥ ਆਫ ਯੂਰ ਸੋਲ ਰਾਈਟ ਟਰੈਕ, ਤੁਸੀਂ ਫਿਰ ਉਹ ਕੁਦਰਤ ਦੇ ਹਿਸਾਬ ਨਾਲ ਚੱਲ ਰਹੇ ਹੋ। ਜਦੋਂ ਅਸੀਂ ਆਪਣੇ ਜਿਹੜੇ ਹੋਰ ਆਪਣੀਆਂ ਵਾਸ਼ਨਾਵਾਂ ਹਾਂ ਤੇ ਅਸੀਂ ਮਨਮਤ ਵੱਲ ਨੂੰ ਤੁਰ ਜਾਂਦੇ ਹਾਂ, ਫਿਰ ਸਮਝ ਲਓ ਕਿ ਅਸੀਂ ਕੁਦਰਤ ਦੇ ਖਿਲਾਫ ਜਾ ਰਹੇ ਹਾਂ, ਤੇ ਉਹਦਾ ਖਮਜ਼ਾਨਾ ਸਾਨੂੰ ਤਾਂ ਭੁਗਤਣਾ ਪਏਗਾ, ਸਾਡੇ ਬੱਚਿਆਂ ਨੂੰ ਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ, ਸਮਾਜ ਨੂੰ। ਤੇ ਇਹਨਾਂ ਕਾਰਨਾਂ ਕਰਕੇ ਜਿੱਥੇ ਅੱਜ ਖੜੀ ਆ, ਇੱਕ ਪੂਰੀ ਦੁਨੀਆ ਇੱਕ ਬੜੀ ਐਕਸਪਲੋਸਿਵ ਸਿਚੁਏਸ਼ਨ ਬਣ ਚੁੱਕੀ ਹੈ। ਇਹ ਕੁਦਰਤ ਦੀ ਬੇਖਿਲਾਫੀ, ਕੁਦਰਤ ਦੇ ਨਾਲ ਸਹਿਮਤੀ ਨਾ ਕਰਨ ਕਰਕੇ ਹੀ ਅਸੀਂ ਅੱਜ ਜਿੱਥੇ ਖੜੇ ਆ ਉੱਥੇ ਖੜੇ ਆ। ਜੀ ਬਿਲਕੁਲ ਜੀ। ਅਟਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਦੋਂ ਬੰਦਾ ਆਪਣੀ ਆਤਮਾ ਦੀ ਆਵਾਜ਼ ਸੁਣਦਾ ਹੈਗਾ ਆ, ਉਹ ਆਪਣਾ ਭਲਾ ਤਾਂ ਚਲੋ ਕਰੇਗਾ, ਪਰ ਨਾਲ ਕਿਸੇ ਦੇ ਭਲਾ ਕਰਨ ਦੀ ਭਾਵਨਾ ਉਹਦੇ ਅੰਦਰ ਜ਼ਰੂਰ ਆਏਗੀ, ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੇਗਾ। ਸੋ ਜਿਨ੍ਹਾਂ ਨੇ ਆਪਣੀ ਆਤਮਾ ਦੀ, ਆਪਣੀ ਸੋਲ ਦੀ ਆਵਾਜ਼ ਸੁਣੀ ਹੈਗੀ ਹੈ, ਤੇ ਜਿਨ੍ਹਾਂ ਨੇ ਕੁਝ ਸਪਾਂਸਰਸ਼ਿਪਸ ਕੀਤੀਆਂ ਹੈਗੀਆਂ ਨੇ, ਹੁਣ ਟਾਈਮ ਹੋ ਗਿਆ ਕਿ ਉਹਨਾਂ ਨੂੰ ਅਸੀਂ ਜ਼ਰੂਰ ਐਪਰੀਸ਼ੀਏਟ ਕਰੀਏ। ਸੋ ਅੱਜ ਜਿਹੜੇ ਨਾਮ ਮੈਂ ਲੈਣ ਜਾ ਰਿਹਾ ਜੀ ਇੱਥੇ ਅੱਜ ਦੇ ਐਪੀਸੋਡ ਦੇ ਵਿੱਚ, ਉਹ ਹਨ ਜੀ ਇੰਦਰਜੀਤ ਕੌਰ ਖਿੰਦਰ ਜੀ ਬੈਡਫੋਰਡ ਤੋਂ, ਰਵਿੰਦਰ ਕੌਰ ਵਿਰਦੀ ਜੀ ਇਲਫਰਡ ਲੰਡਨ ਤੋਂ, ਜਸਪਾਲ ਸਿੰਘ ਪਦਮ ਜੀ ਗਲਾਸਗੋ ਤੋਂ, ਬਲਬੀਰ ਸਿੰਘ ਢੇਸੀ ਬਰਮਿੰਗਮ ਤੋਂ, ਹਰਜਿੰਦਰ ਕੌਰ ਭਮਰਾ ਜੀ ਜੈਰਡਸ ਕ੍ਰੋਸ ਲੰਡਨ ਤੋਂ। ਅਟਵਾਲ ਸਾਹਿਬ, ਅਸੀਂ ਜੋ ਹੈ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੀ ਜੋ ਅਪੀਲ ਹੈ ਉਹਨੂੰ ਸੁਣਿਆ ਤੇ ਆਪ ਵੀ ਕੁਛ ਨਾ ਕੁਛ ਮਹਿਸੂਸ ਕੀਤਾ ਹੋਏਗਾ, ਰਿਸਰਚ ਕੀਤੀ ਹੋਏਗੀ, ਤੇ ਕਿਤੇ ਜਾ ਕੇ ਇਹਨਾਂ ਨੇ ਫਾਈਨਲੀ ਫਿਰ ਸਪਾਂਸਰਸ਼ਿਪਸ ਕੀਤੀਆਂ।
ਸੋ ਇਹ ਸਾਰੇ ਹੀ ਸਾਡੇ ਵੱਲੋਂ ਮੁਬਾਰਕਬਾਦ ਦੇ ਕੈਂਡੀਡੇਟ ਹੈਗੇ ਨੇ ਕਿ ਮਤਲਬ ਕਿ ਇਹਨਾਂ ਦੇ ਕਰਕੇ ਅੱਜ ਕੋਈ ਨਾ ਕੋਈ ਬੱਚਾ ਸਕੂਲ ਜਾ ਰਿਹਾ ਹੈਗਾ, ਕਿਸੇ ਨਾ ਕਿਸੇ ਬੱਚੇ ਦੀ ਜੋ ਜ਼ਿੰਦਗੀ ਹੈਗੀ ਹੈ ਉਹ ਟਰਾਂਸਫਾਰਮ ਹੋਈ ਹੈਗੀ ਹੈ। ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਜਾਈਏ ਕਿ ਅੱਜ ਇੱਕ ਇੰਪੋਰਟੈਂਟ ਅਨਾਉਂਸਮੈਂਟ ਵੀ ਹੈਗੀ ਹੈ ਇਸ ਐਪੀਸੋਡ ਦੇ ਵਿੱਚ ਕਿ ਕਲਗੀਧਰ ਟਰਸਟ UK ਤੇ ਯੂਰਪ ਵੱਲੋਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਜਾ ਰਿਹਾ ਕਿ ਸਮਰ ਹੌਲੀਡੇਜ਼ ਵਿੱਚ 19 ਜੁਲਾਈ ਤੋਂ ਲੈ ਕੇ 27 ਅਗਸਤ ਤੱਕ ਆਨਲਾਈਨ ਪੰਜਾਬੀ ਕਲਾਸਿਸ ਚਲਾਈਆਂ ਜਾਣਗੀਆਂ। ਸੋ ਵੱਧ ਤੋਂ ਵੱਧ ਜੋ ਹੈ ਲੋਕ ਜੋ ਦੇਖ ਰਹੇ ਨੇ, ਯੰਗਸਟਰ ਜੋ ਦੇਖ ਰਹੇ ਨੇ, ਇਹਨਾਂ ਆਨਲਾਈਨ ਪੰਜਾਬੀ ਕਲਾਸਿਸ ਦਾ ਅਸੀਂ ਚਾਹੁੰਦੇ ਹਾਂ ਕਿ ਫਾਇਦਾ ਲੈਣ। ਸੋ ਇਹਦੇ ਰਿਗਾਰਡਿੰਗ ਕੋਈ ਵੀ ਹੋਰ ਤੁਹਾਨੂੰ ਕੁਐਰੀ ਹੈਗੀ ਹੈ, ਤੁਸੀਂ ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਹੋਰ ਜੋ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਸਾਡੇ ਤੋਂ ਪੁੱਛ ਸਕਦੇ ਹੋ। ਸੋ ਅਟਵਾਲ ਸਾਹਿਬ ਜੀ, ਅਸੀਂ ਮੁੜ ਕੇ ਆਈਏ ਹੁਣ ਕਿ ਤੁਸੀਂ ਦੱਸ ਰਹੇ ਸੀਗੇ ਕਿ ਜਿਸ ਤਰ੍ਹਾਂ ਕਿ ਜੋ ਢਾਂਚਾ ਚੱਲ ਰਿਹਾ ਹੈਗਾ ਕੁਦਰਤ ਦੇ ਨਾਲ, ਜਦੋਂ ਅਸੀਂ ਇੱਕਮਿਕ ਹੋਣਾ, ਟਿਊਨਿੰਗ ਜੋ ਹੋਣੀ ਹੈਗੀ ਹੈ ਉਹ ਸਪਿਰਿਚੁਅਲ ਹੀ ਇੱਕ ਐਸੀ ਜੋ ਲੈਂਗੁਏਜ ਹੈਗੀ ਹੈ ਜਿਹਦੇ ਨਾਲ ਅਸੀਂ ਕੁਦਰਤ ਦੀ ਲੈਂਗੁਏਜ ਨੂੰ ਸ਼ਾਇਦ ਸਮਝ ਸਕਦੇ ਹੈਗੇ ਆ। ਸੋ ਜੇ ਮੈਂ ਗਿਆਨੀ ਜੀ ਤੁਹਾਡੇ ਵੱਲ ਜਾਵਾਂ ਕਿ ਤੁਸੀਂ ਅੰਤ ਦੇ ਵਿੱਚ ਚੰਦ ਲਫ਼ਜ਼ਾਂ ਦੇ ਵਿੱਚ 2-3 ਮਿੰਟਾਂ ਦੇ ਵਿੱਚ ਕੀ ਫਾਈਨਲ ਮੈਸੇਜ ਅੱਜ ਸਾਨੂੰ ਓਅੰਕਾਰ ਦੇ ਜੋ ਕਨਸੈਪਟ ਹੈਗਾ ਉਹਦੇ ਵਿੱਚੋਂ ਫਾਈਨਲੀ ਦੇਣਾ ਚਾਹੋਗੇ? ਹਾਂਜੀ, ਜੋ ਓਂਕਾਰ ਬਾਰੇ ਵਿਆਖਿਆ ਕਰਨੀ ਉਸ ਨੂੰ ਤਾਂ ਬਹੁਤ ਸਮਾਂ ਚਾਹੀਦਾ, ਲੇਕਿਨ ਜੇ ਅਸੀਂ ਸਮਝਣਾ ਸ਼ੁਰੂ ਕਰ ਦਈਏ ਤੇ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਸ ਇਨਸਾਨ ਨੇ ਵਕਤ ਨੂੰ ਨਹੀਂ ਵਿਚਾਰਿਆ, ਜਦੋਂ ਸਮਾਂ ਲੰਘ ਜਾਂਦਾ ਹੈ ਬਾਅਦ ਦੇ ਵਿੱਚ ਫਿਰ ਪਛਤਾਉਣਾ ਪੈਂਦਾ ਹੈ। ਇਸ ਵੇਲੇ ਜੋ ਨਿਊ ਜਨਰੇਸ਼ਨ ਹੈ ਜਿਨ੍ਹਾਂ ਦੇ ਵਾਸਤੇ ਆਪ ਉਦਮ ਕਰਦੇ ਹੋ, ਔਰ ਇਹ ਇੱਕ ਵੱਡਾ ਉਦਮ ਗੁਰੂ ਸਾਹਿਬ ਵਾਲਿਆਂ ਵੱਲੋਂ ਜੋ ਕੀਤਾ ਜਾ ਰਿਹਾ ਹੈ, ਇੱਕ ਮਹਾਨ ਕਾਰਜ ਹੈ। ਇਸ ਦੇ ਉੱਪਰ ਨਹੀਂ ਵਿਚਾਰ ਜਾਂ ਕਿ ਮਨ ਵਸਿਆ ਨਿਰੰਕਾਰ। ਜਿਵੇਂ ਬੱਚਿਆਂ ਦੀ ਪੜ੍ਹਾਈ ਜੋ ਕਰਾਈ ਜਾ ਰਹੀ ਹੈ, ਉਹਨਾਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ, ਔਰ ਦੋ ਪੱਖੀ ਵਿੱਦਿਆ ਦਿੱਤੀ ਜਾ ਰਹੀ ਹੈ ਕਿ ਜੋ ਸੰਸਾਰ ਦੀ ਪੜ੍ਹਾਈ ਹੈ ਉਹਦੀ ਕੀਮਤ ਤਾਂ ਪਵੇਗੀ ਜੇ ਅਸੀਂ ਗੁਰਮਤ ਨਾਲ ਪੜ੍ਹੀ ਹੋਵੇਗੀ। ਜੇਕਰ ਗੁਰਮਤ ਨਾਲ ਨਹੀਂ ਹੈ ਤੇ ਫਿਰ ਸੰਸਾਰ ਦੀ ਪੜ੍ਹਾਈ ਕਿਤੇ ਨਾ ਕਿਤੇ ਜਾ ਕੇ ਮਨੁੱਖ ਨੂੰ ਹੰਕਾਰ ਦੇ ਵਿੱਚ ਸੁੱਟ ਦਿੰਦੀ ਹੈ ਜੀ। ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਹੰਕਾਰਾ। ਇਸ ਕਰਕੇ ਗੁਰਬਾਣੀ ਦੇ ਨਾਲ ਨਾਲ ਆਪਾਂ ਜਦੋਂ ਵਿਚਾਰ ਕਰਦੇ ਹਾਂ ਤੇ ਹੌਲੀ ਹੌਲੀ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਸਮਾਜ ਹੈ, ਸਾਡੀ ਨਿਊ ਜਨਰੇਸ਼ਨ ਇਹ ਵਿਕਾਸ ਕਿਵੇਂ ਕਰ ਸਕਦੀ ਹੈ। ਤੇ ਹਰ ਪੱਖ ਤੋਂ ਸਾਨੂੰ ਇਹ ਸੋਚਣਾ ਚਾਹੀਦਾ ਹੈ। ਤੇ ਨਾਲ ਦਾਸ ਵੱਲੋਂ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਹ ਇੱਕ ਇੱਕ ਬੱਚੇ ਦੀ ਸੇਵਾ ਜ਼ਰੂਰ ਲਓ। ਪ੍ਰਮਾਤਮਾ ਨੇ ਆਪ ਜੀ ਨੂੰ ਬਹੁਤ ਕੁਝ ਦਿੱਤਾ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਹੋਰ ਵੀ ਕਿਰਪਾ ਕਰਨ, ਜਿਨ੍ਹਾਂ ਜੋ ਸੰਗਤਾਂ ਉਹਨਾਂ ਬੱਚਿਆਂ ਦੇ ਭਵਿੱਖ ਵਾਸਤੇ ਸੇਵਾ ਕਰ ਰਹੀਆਂ ਨੇ। ਸਤਿਗੁਰੂ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਤੇ ਖੁਸ਼ੀਆਂ ਬਖਸ਼ੇ ਕਰਨ ਜੀ। ਧੰਨਵਾਦ ਜੀ ਗਿਆਨੀ ਜੀ, ਬਹੁਤ ਸੋਹਣਾ ਤੁਸੀਂ ਉਪਦੇਸ਼ ਦਿੱਤਾ, ਐਂਡ ਦੇ ਵਿੱਚ ਬਹੁਤ ਸੋਹਣਾ ਤੁਸੀਂ ਸਮਅਪ ਕੀਤਾ ਹੈਗਾ ਆ। ਤੇ ਅਟਵਾਲ ਸਾਹਿਬ ਜੀ, ਹੁਣ ਅਸੀਂ ਬਿਲਕੁਲ ਜੋ ਐਂਡ ਦਾ ਸਾਡਾ ਅੰਕ ਹੈਗਾ ਆ, ਅਖੀਰਲਾ ਅੰਕ ਜੋ ਹੈ ਉੱਥੇ ਅਸੀਂ ਪਹੁੰਚ ਚੁੱਕੇ ਆ ਇਸ ਐਪੀਸੋਡ ਦੇ। ਸੋ ਚੰਦ ਮਿੰਟਾਂ ਦੇ ਵਿੱਚ, ਚੰਦ ਲਫ਼ਜ਼ਾਂ ਦੇ ਵਿੱਚ ਤੁਹਾਡਾ ਕੀ ਫਾਈਨਲ ਮੈਸੇਜ ਹੋਏਗਾ ਅੱਜ ਦੇ ਐਪੀਸੋਡ ਦੇ ਲਈ? ਹਾਂਜੀ ਬੱਬਲ ਸਾਹਿਬ, ਜਿਹੜੀ ਵਿੱਦਿਆ ਦੀ ਕਮੀ ਦੀ ਅਸੀਂ ਗੱਲ ਕਰਦੇ ਹਾਂ ਕਿ ਹਰ ਇੱਕ ਪ੍ਰੋਬਲਮ ਦਾ ਅਸੀਂ ਹੱਲ ਵੀ ਵਿੱਦਿਆ ਹੀ ਦੱਸਦੇ ਹਾਂ, ਤੇ ਉਹ ਵਿੱਦਿਆ ਦੀ ਕਮੀ ਕਰਕੇ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਿਹਾ ਸੀ ਕਿ ਸੰਸਾਰ ਰੋਗੀ ਨਾਮ ਦਾਰੂ। ਪੂਰਾ ਸੰਸਾਰ ਹੀ ਰੋਗੀ ਹੈ ਤੇ ਇਹਦਾ ਦਾਰੂ ਵੀ ਨਾਮ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਨਾਮ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਸੋ ਫਿਰ ਹੁਣ ਇੱਥੇ ਬੰਦਾ ਕਹਿੰਦਾ ਵੀ ਜਦ ਸਾਡੇ ਕਿਸਮ 'ਚ ਲਿਖਿਆ ਨਹੀਂ ਤਾਂ ਸਾਨੂੰ ਨਾਮ ਨਹੀਂ ਮਿਲਿਆ। ਨਹੀਂ, ਐਸੀ ਗੱਲ ਨਹੀਂ ਹੈ। ਸਾਨੂੰ ਇਸ ਗੱਲ ਸਮਝਣੀ ਦੀ ਗੱਲ ਹੈ। ਗੱਲ ਸਮਝ ਕੇ ਜੇ ਅਸੀਂ ਕਰਤਾ ਪੁਰਖ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ, ਅਸੀਂ ਘਰ ਬਣਾਉਂਦੇ ਉਹਦਾ ਅਸੀਂ ਇੰਸ਼ੋਰੈਂਸ ਕਰਾਉਂਦੇ ਹਾਂ, ਅਲਾਰਮ ਲਾਉਂਦੇ ਹਾਂ, ਅਸੀਂ ਹਰ ਇੱਕ ਬੁਰੀ ਚੀਜ਼ ਤੋਂ ਬਚਾਉਂਦੇ ਹਾਂ। ਇਸੀ ਤਰ੍ਹਾਂ ਪ੍ਰਮਾਤਮਾ ਨੇ ਜੋ ਸਾਜਨਾ ਸਾਜੀ ਹੈ, ਹਰ ਇੱਕ ਬੁਰੀ ਚੀਜ਼ ਤੋਂ ਤੁਹਾਨੂੰ ਬਚਾਇਆ ਵੀ ਹੈ। ਪਰ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜੇ ਪ੍ਰਮਾਤਮਾ ਦੇ ਨਾਲ ਸਾਡਾ ਪਿਆਰ ਨਹੀਂ ਤਾਂ ਬਾਕੀ ਸਾਡੇ ਜਿੰਨੇ ਵੀ ਪਿਆਰ ਉਹ ਝੂਠੇ ਨੇ ਜੀ। ਪਿਆਰ ਦਾ ਡੈਫੀਨੇਸ਼ਨ ਹੀ ਜਿੰਨਾ ਚਿਰ ਤੁਸੀਂ ਜਿਹੜਾ ਕ੍ਰੀਏਟਰ ਹੈ, ਜਿਸ ਨੇ ਸਾਰੀ ਸਿਰਜਣਾ ਸਾਜੀ ਹੈ, ਜਿੰਨਾ ਚਿਰ ਅਸੀਂ ਉਸ ਨਾਲ ਪਿਆਰ ਨਹੀਂ ਪਾਉਂਦੇ, ਪਿਆਰ ਸਭ ਝੂਠੇ ਨੇ।
ਉਹ ਜਦੋਂ ਸਾਨੂੰ ਪਤਾ ਲੱਗਦਾ ਫਿਰ ਇਟਸ ਟੂ ਲੇਟ। ਜੀ ਸੋ ਗੁਰਬਾਣੀ ਦਾ ਜਿਹੜਾ ਮਨੋਰਥ ਇਹੋ ਹੀ ਹੈ ਕਿ ਵਿਦਿਆ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਵਿਦਿਆ ਦਈਏ ਤੇ ਆਪ ਇਸ ਤਰ੍ਹਾਂ ਦੀ ਵਿਦਿਆ ਦੇ ਉੱਤੇ ਅਮਲ ਕਰੀਏ ਕਿ ਅਸੀਂ ਜਿਹੜਾ ਪ੍ਰਮਾਤਮਾ ਆ ਉਹਦੇ ਨਾਲ ਪਿਆਰ ਕਰੀਏ, ਤਾਂ ਜੀ। ਕਿ ਪ੍ਰਮਾਤਮਾ ਪਿਆਰ ਦੇ ਵਿੱਚ ਆ ਕੇ ਜੋ ਲਿਖਤਾਂ ਵੀ ਮਿਟ ਜਾਂਦੀਆਂ ਨੇ, ਪ੍ਰਭ ਭਾਵੇ ਬਿਨ ਸਾਂਸ ਤੇ ਰੱਖੇ, ਜਿਹੜਾ ਕਾਨੂੰਨ ਬਣਾਉਂਦਾ ਉਹ ਕਾਨੂੰਨ ਉਹ ਚੇਂਜ ਵੀ ਕਰ ਸਕਦਾ, ਬਦਲ, ਉਹਦੇ ਕੋਲ ਹੀ ਤਾਕਤ ਹੈ, ਹੋਰ ਕਿਸੇ ਕੋਲ ਤਾਕਤ ਨਹੀਂ ਇਹਨਾਂ ਚੀਜ਼ਾਂ ਨੂੰ ਬਦਲਣ ਦੀ। ਜੀ ਸਾਰੀਆਂ ਸੰਗਤਾਂ ਅੱਗੇ ਇਹੀ ਬੇਨਤੀ ਹੈ ਕਿ ਇਸ ਪਾਸੇ ਨੂੰ ਵਿਚਾਰ ਕਰਨ ਦੀ ਲੋੜ ਹੈ। ਭਾਵੇਂ ਅਸੀਂ ਆਪਣੇ ਨਿਤਨੇਮ ਦੇ ਵਿੱਚ ਇੱਕ ਮੂਲ ਮੰਤਰ ਤੋਂ ਸ਼ੁਰੂ ਕਰੀਏ, ਮੂਲ ਮੰਤਰ ਤੋਂ ਫਿਰ ਅਸੀਂ ਚਲੋ ਆਪਣੀ ਰਹਿਤ ਮਰਿਆਦਾ ਹੌਲੀ ਹੌਲੀ ਉੱਥੇ ਤੱਕ ਆਪਣਾ ਨਿਤਨੇਮ ਵਧਾ ਲਈਏ, ਉਹ ਤੋਂ ਬਾਅਦ ਅਸੀਂ ਸਹਿਜ ਪਾਠ ਸੀ ਤੱਕ ਬਣ ਜਾਈਏ ਕਿ ਸਾਲ 'ਚ ਅਸੀਂ ਪੂਰੇ ਸਾਲ 'ਚ ਇੱਕ ਵਾਰ ਸਹਿਜ ਪਾਠ ਜ਼ਰੂਰ ਕਰ ਲਈਏ। ਫਿਰ ਅਸੀਂ ਅਖੰਡ ਪਾਠ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ, ਕਿਤੇ ਵੀ ਜਾ ਕੇ 2-2 ਘੰਟੇ ਦੀਆਂ ਰੌਲਾ ਲਾ ਕੇ, ਉਹ ਸਿਰਫ ਆਪਣੇ ਵਾਸਤੇ ਹੈ। ਸੋ ਉਹੀ ਉਸੀ ਉਪਰਾਲੇ ਦੇ ਵਿੱਚ ਇਹੋ ਜਿਹੜਾ ਅਨਾਉਂਸਮੈਂਟ ਹੈ ਅੱਜ ਦੀ, ਕਿ ਕਿਉਂਕਿ ਅਸੀਂ ਤੇ ਪੰਜਾਬੀ ਪੜ੍ਹਨੀ ਛੱਡ ਦਿੱਤੀ ਤੇ ਅਸੀਂ ਗੁਰੂ ਦੇ ਦਰਸ਼ਨ ਕੀ ਕਰਨੇ ਆ, ਸਹਿਜ ਪਾਠ ਕੀ ਕਰਨੇ ਆ, ਬੱਚੇ ਨੂੰ ਕੀ ਸੁਣਾਉਣਾ। ਸੋ ਇਹ ਲਾਜ਼ਮੀ ਹੈ ਹਰ ਇੱਕ ਸਿੱਖ ਵਾਸਤੇ ਕਿ ਇਹ ਜਿਹੜੀਆਂ ਆਨਲਾਈਨ ਕਲਾਸਿਸ ਹੈ ਸਮਰ ਹੌਲੀਡੇ ਦੇ ਵਿੱਚ ਉਹ ਸਾਰੀਆਂ ਜੁਆਇਨ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਛੁੱਟੀਆਂ ਦੇ ਵਿੱਚ ਜਿਹੜਾ ਵੀ ਉਹ ਕੋਰਸ ਕਰੇਗਾ ਉਹਨੂੰ ਘੱਟੋ ਘੱਟ ਲਿਖਣੀ, ਪੜ੍ਹਨੀ, ਬੋਲਣੀ ਤੇ ਥੋੜ੍ਹੀ ਬਹੁਤ ਇਹੋ ਗੁਰਬਾਣੀ ਦੀ ਸਮਝ, ਨਿਤਨੇਮ ਪਾਠ ਕਰਨ ਦੀ ਜਾਂਚ ਆ ਜਾਏ, ਤਾਂ ਕਿ ਅਸੀਂ 24 ਘੰਟੇ ਦੇ ਵਿੱਚੋਂ ਆਪਣਾ 1 ਘੰਟਾ ਵੀ ਇਸ ਪਾਸੇ ਲਾ ਦਈਏ ਤੇ ਜ਼ਿੰਦਗੀ ਬਿਲਕੁਲ ਸਹੀ ਰਾਹ ਤੇ ਆ ਜਾਏਗੀ ਤੇ ਪ੍ਰਮਾਤਮਾ ਦੀਆਂ ਸਾਰੀਆਂ ਖੁਸ਼ੀਆਂ ਸਾਡੇ ਜੀਵਨ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ। ਤੇ ਇਹੋ ਹੀ ਹੋਰ ਇੱਕ ਤਰੀਕਾ ਹੈ ਇਸ ਦੁਨੀਆ ਨੂੰ ਜਿਸ ਪਾਸੇ ਜਾ ਰਹੀ ਉਹਨੂੰ ਮੋੜਨ ਵਾਸਤੇ, ਹੋਰ ਕੋਈ ਤਰੀਕਾ ਨਹੀਂ ਸਾਡੇ ਪਾਸ। ਜੀ ਬਿਲਕੁਲ ਜੀ ਅਟਵਾਲ ਸਾਹਿਬ ਜੀ, ਅਸੀਂ ਐਸੈਂਸ ਕੱਢੀਏ ਤਾਂ ਤੁਸੀਂ ਵੀ ਇਹੀ ਕਹਿਣਾ ਚਾਹੁੰਦੇ ਹੋ ਕਿ ਵੈਲਿਊ ਬੇਸਡ ਐਜੂਕੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈਗੀ ਹੈ ਬੱਚਿਆਂ ਦੇ ਲਈ ਖਾਸ ਕਰਕੇ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਐਪੀਸੋਡ। ਜੇਕਰ ਤੁਸੀਂ ਕਿਸੇ ਬੱਚੇ ਦੀ ਐਜੂਕੇਸ਼ਨ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ ਤੇ ਵੈਬਸਾਈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਸੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਏਗੀ, ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।